DRG Kids। ਕਹਾਣੀ ਸਮਝਦਾਰ ਕਿਸਾਨ। ਬਹੁਤ ਹੀ ਪਹਿਲਾਂ ਦੀ ਗੱਲ ਹੈ। ਰਾਮਨਗਰ ਨਾਂ ਦੇ ਇੱਕ ਪਿੰਡ ਵਿੱਚ ਸ਼ਾਮ ਨਾਂ ਦਾ ਇੱਕ ਬੜਾ ਹੀ ਸਮਝਦਾਰ ਤੇ ਮਿਹਨਤੀ ਕਿਸਾਨ ਰਹਿੰਦਾ ਸੀ। ਸ਼ਾਮੂ ਬੜਾ ਹੀ ਨਿਮਾਣਾ ਤੇ ਗਰੀਬ ਕਿਸਾਨ ਸੀ। ਉਹ ਹਰ ਰੋਜ਼ ਆਪਣੀ ਜ਼ਮੀਨ ਉੱਤੇ ਜਾ ਕੇ ਮਿਹਨਤ ਕਰਦਾ ਸੀ, ਪਰ ਇਸ ਸਾਲ ਬਾਰਿਸ਼ ਹੋਣ ਦੀ ਕੋਈ ਵੀ ਉਮੀਦ ਨਹੀਂ ਲੱਗਦੀ ਪਈ ਸੀ ਤੇ ਫਸਲ ਨੂੰ ਪਾਣੀ ਨਾ ਮਿਲਣ ਦੀ ਵਜ੍ਹਾ ਕਰਕੇ ਇਸ ਸਾਲ ਪੂਰੀ ਫਸਲ ਸੁੱਕ ਜਾਣ ਵਾਲੀ ਸੀ ਅਤੇ ਸ਼ਾਮੂ ਦੀ ਜ਼ਮੀਨ ਜੋ ਕਿ ਜ਼ਮੀਂਦਾਰ ਦੇ ਕੋਲ ਗਿਰਵੀ ਸੀ, ਉਹ ਵੀ ਉਹਨੂੰ ਛੱਡਣੀ ਪੈਂਦੀ। ਇੱਕ ਦਿਨ ਸ਼ਾਮ ਨੂੰ ਸ਼ਾਮੂ ਘਰ ਆਉਂਦਾ ਹੈ ਤੇ ਉਹਦੀ ਪਤਨੀ ਉਹਨੂੰ ਕਹਿੰਦੀ ਹੈ, ਹੈ ਜੀ ਕੀ ਹੋਇਆ? ਅੱਜ ਬੜੇ ਪਰੇਸ਼ਾਨ ਤੇ ਦੁਖੀ ਜੇ ਲੱਗਦੇ ਪਏ ਹੋ। ਸਭ ਠੀਕ ਤੇ ਹੈ ਨਾ? ਹਾਂ, ਕੁਝ ਠੀਕ ਨਹੀਂ ਹੈ। ਇਸ ਵਾਰ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਲੱਗ ਰਹੀ ਹੈ। ਲੱਗਦਾ ਹੈ ਕਿ ਇਸ ਵਾਰ ਫਸਲ ਨਹੀਂ ਹੋਣੀ ਤੇ ਪੈਸੇ ਨਾ ਹੋਣ ਕਰਕੇ ਸਾਨੂੰ ਜ਼ਮੀਨ ਵੀ ਜ਼ਮੀਂਦਾਰ ਨੂੰ ਦੇਣੀ ਪੈ ਸਕਦੀ ਹੈ। ਕੀ ਕਰੀਏ, ਕੁਝ ਸਮਝ ਨਹੀਂ ਆਉਂਦਾ ਪਿਆ। ਤੁਸੀਂ ਚਿੰਤਾ ਨਾ ਕਰੋ, ਰੱਬ ਕੋਈ ਨਾ ਕੋਈ ਰਸਤਾ ਜ਼ਰੂਰ ਕੱਢ ਦੇਗਾ। ਸਹੀ ਕਹਿੰਦੀ ਹੈ, ਹੁਣ ਤਾਂ ਬਸ ਉਸੇ ਦਾ ਹੀ ਸਹਾਰਾ ਹੈ। ਮੈਂ ਵੀ ਕੋਈ ਨਾ ਕੋਈ ਤਰਕੀਬ ਸੋਚਦਾ, ਕੋਈ ਨਾ ਕੋਈ ਰਾਸਤਾ ਜ਼ਰੂਰ ਹੋਊਗਾ ਜਿਹਦੇ ਨਾਲ ਅਸੀਂ ਆਪਣੀ ਜ਼ਮੀਨ ਬਚਾ ਸਕੀਏ। ਇਹੀ ਕਹਿ ਕੇ ਉਹ ਦੋਵੇਂ ਸੋ ਜਾਂਦੇ ਨੇ ਤੇ ਅਗਲੇ ਦਿਨ ਪੰਚਾਇਤ ਵਿੱਚ ਸਾਰੇ ਕਿਸਾਨਾਂ ਨੂੰ ਬੁਲਾਇਆ ਜਾਂਦਾ ਹੈ। ਸਾਰੇ ਕਿਸਾਨ ਫਸਲ ਨਾ ਹੋਣ ਦੇ ਕਾਰਨ ਪਰੇਸ਼ਾਨ ਹੁੰਦੇ ਨੇ। ਉੱਥੇ ਸ਼ਹਿਰ ਦਾ ਇੱਕ ਬਿਲਡਰ ਵੀ ਆਇਆ ਹੁੰਦਾ ਹੈ। ਬਿਲਡਰ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜਪਣਾ ਚਾਹੁੰਦਾ ਹੈ। ਹਾਂ ਤੋ ਕਿਸਾਨ ਵੀਰੋ, ਤੁਸੀਂ ਤੇ ਜਾਣਦੇ ਹੀ ਹੋ ਬਈ ਇਸ ਸਾਲ ਮੀਂਹ ਨਹੀਂ ਪਿਆ ਤੇ ਇਸ ਕਰਕੇ ਖੇਤਾਂ ਸੁੱਕ ਗਏ ਨੇ ਸਾਡੇ। ਰੱਬ ਮਿਹਰ ਕਰੇ। ਇਸ ਲਈ ਇਹ ਭਲਾ ਆਦਮੀ ਸਾਡੀ ਮਦਦ ਕਰਨਾ ਚਾਹੁੰਦਾ ਹੈ। ਵੇਖਿਓ ਮੇਰੇ ਭਰਾਵੋ, ਤੁਹਾਡੀ ਜ਼ਮੀਨ ਮੀਂਹ ਨਾ ਪੈਣ ਦੇ ਕਰਕੇ ਕਿਸੇ ਵੀ ਕੰਮ ਦੀ ਨਹੀਂ ਰਹੀ ਹੈ ਤੇ ਹੁਣ ਸਾਰਿਆਂ ਦਾ ਨੁਕਸਾਨ ਵੀ ਹੋਵੇਗਾ। ਜੇ ਤੁਸੀਂ ਆਪਣੀ ਜ਼ਮੀਨ ਮੈਨੂੰ ਦੇ ਦਿਓ ਤਾਂ ਮੈਂ ਤੁਹਾਨੂੰ ਮੁਆਵਜ਼ੇ ਦੇ ਨਾਲ ਇੱਕ ਘਰ ਵੀ ਦਿਆਂਗਾ। ਸਾਰੇ ਗਰੀਬ ਕਿਸਾਨ ਸੋਚਦੇ ਨੇ ਕਿ ਜ਼ਮੀਨ ਬਿਲਡਰ ਦੇ ਨਾਮ ਕਰ ਦਈਏ। ਤਾਂ ਤੁਹਾਡੇ ਸਾਰਿਆਂ ਦੇ ਕੋਲ 1 ਮਹੀਨੇ ਦਾ ਸਮਾਂ ਹੈ। ਜੇ ਤੁਸੀਂ ਸਾਰੇ ਮੈਨੂੰ ਆਪਣੀ ਜ਼ਮੀਨ ਦੇ ਦਿਓ ਤਾਂ ਮੈਂ ਤੁਹਾਨੂੰ ਮੁਆਵਜ਼ੇ ਵਿੱਚ ਬੜੇ ਹੀ ਪੈਸੇ ਦਵਾਂਗਾ, ਜਿਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਫਿਰ ਕਦੀ ਰੁਪਇਆ ਪੈਸੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਪਏਗੀ। ਸਾਰੇ ਕਿਸਾਨ ਬਿਲਡਰ ਦੀਆਂ ਗੱਲਾਂ ਸੁਣਦੇ ਨੇ ਤੇ ਘਰ ਚਲੇ ਜਾਂਦੇ ਨੇ, ਪਰ ਸ਼ਾਮੂ ਕਿਸਾਨ ਨੂੰ ਕੁਝ ਠੀਕ ਨਹੀਂ ਲੱਗਦਾ ਤੇ ਸ਼ਾਮੂ ਕਿਸਾਨ ਬਿਲਡਰ ਦਾ ਪਿੱਛਾ ਕਰਦੇ ਹੋਏ ਉਹਦੇ ਘਰ ਤੱਕ ਪਹੁੰਚ ਜਾਂਦਾ ਹੈ ਤੇ ਉਹਦੀਆਂ ਗੱਲਾਂ ਸੁਣ ਲੈਂਦਾ ਹੈ। ਇਹ ਸਾਰੇ ਬੇਵਕੂਫ ਕਿਸਾਨ ਹੁਣ ਆਪਣੀਆਂ ਜ਼ਮੀਨਾਂ ਘੱਟ ਕੀਮਤ ਉੱਤੇ ਮੇਰੇ ਨਾਮ ਕਰ ਦੇਣਗੇ ਤਾਂ ਫਿਰ ਸਾਰੀਆਂ ਦੀਆਂ ਜ਼ਮੀਨਾਂ ਨੂੰ ਇੱਕੋ ਵੇਲੇ ਵੇਚ ਕੇ ਮੈਂ ਖੂਬ ਪੈਸੇ ਕਮਾਵਾਂਗਾ। ਬੇਵਕੂਫ ਕਿਸਾਨ। ਸ਼ਾਮੂ ਇਹ ਸਾਰੀਆਂ ਗੱਲਾਂ ਸੁਣਦਾ ਹੈ ਤੇ ਆਪਣੇ ਘਰ ਚਲਾ ਜਾਂਦਾ ਹੈ। ਸ਼ਾਮੂ ਘਰ ਜਾ ਕੇ ਸਾਰੀਆਂ ਗੱਲਾਂ ਸਰਲਾ ਨੂੰ ਦੱਸਦਾ ਹੈ। ਪਤਾ ਹੈ ਸਰਲਾ, ਉਹ ਬਿਲਡਰ ਬਾਬੂ ਬੜਾ ਬੁਰਾ ਆਦਮੀ ਹੈ। ਮੈਂ ਉਹਦਾ ਪਿੱਛਾ ਕੀਤਾ ਤੇ ਉਹਦੀ ਗੱਲ ਵੀ ਸੁਣੀਆਂ ਤੇ ਉਹ ਸਾਰੇ ਕਿਸਾਨਾਂ ਨੂੰ ਠੱਗ ਕੇ ਉਹਨਾਂ ਦੀਆਂ ਜ਼ਮੀਨਾਂ ਆਪਣੇ ਨਾਮ ਤੇ ਕਰਵਾਉਣਾ ਚਾਹੁੰਦਾ ਹੈ, ਜਿਹਨੂੰ ਉਹ ਅੱਗੇ ਵੱਡੀ ਕੀਮਤ ਉੱਤੇ ਵੇਚ ਕੇ ਖੂਬ ਪੈਸੇ ਬਣਾਊਗਾ। ਤੁਸੀਂ ਜਾ ਕੇ ਸਾਰੀ ਗੱਲ ਸਾਰੇ ਪੰਚਾਂ ਨੂੰ ਦੱਸ ਕਿਉਂ ਨਹੀਂ ਦਿੰਦੇ? ਪਰ ਜੇ ਮੈਂ ਉਹਨਾਂ ਨੂੰ ਇਹ ਸਾਰੀ ਗੱਲ ਦੱਸ ਵੀ ਦਵਾਂ ਤਾਂ ਮੇਰੀ ਗੱਲ ਉੱਤੇ ਕੋਈ ਭਰੋਸਾ ਨਹੀਂ ਕਰੂਗਾ। ਫਿਰ ਹੁਣ ਅਸੀਂ ਕੀ ਕਰਾਂਗੇ? ਨਹੀਂ, ਅਸੀਂ ਆਪਣੀ ਜ਼ਮੀਨ ਉਹਦੇ ਹੱਥ ਵਿੱਚ ਬਿਲਕੁਲ ਨਹੀਂ ਦੇ ਸਕਦੇ। ਸਾਨੂੰ ਸਾਰੇ ਕਿਸਾਨਾਂ ਨੂੰ ਇਕੱਠਾ ਕਰਨ ਦੇ ਲਈ ਕੋਈ ਤਰਕੀਬ ਵੀ ਸੋਚਣੀ ਪਊਗੀ, ਨਹੀਂ ਤਾਂ ਸਾਰੇ ਆਪਣੀ ਜ਼ਮੀਨ ਉਹਨੂੰ ਵੇਚ ਦੇਣਗੇ। ਫਿਰ ਤੁਸੀਂ ਕੋਈ ਦੂਸਰਾ ਰਸਤਾ ਲੱਭੋ। ਸ਼ਾਮੂ ਪੂਰੀ ਰਾਤ ਨਹੀਂ ਸੌਂਦਾ ਤੇ ਸੋਚਦਾ ਰਹਿੰਦਾ ਹੈ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਉਸ ਪੇੜ ਦੀ ਖਾਲ ਵਿੱਚ ਲੁਕੇ ਭੇੜੀਆਂ ਕੋਲੋਂ ਬਚਾਇਆ ਜਾਵੇ ਤੇ ਉਹਨੂੰ ਇੱਕ ਤਰਕੀਬ ਸੁਝਦੀ ਹੈ। ਸਵੇਰੇ ਪੰਚਾਇਤ ਵਿੱਚ ਸ਼ਾਮ ਸਾਰਿਆਂ ਪੰਚਾਂ ਨੂੰ ਕਹਿੰਦਾ ਹੈ ਕਿ ਮੇਰੇ ਕੋਲ ਇਸ ਸਮੱਸਿਆ ਦਾ ਹੱਲ ਹੈ।
ਪਰ ਉਹਦੇ ਲਈ ਮੈਨੂੰ ਸਾਰੇ ਕਿਸਾਨਾਂ ਦਾ ਸਾਥ ਚਾਹੀਦਾ ਹੈ। ਜੇਕਰ ਸਾਰੇ ਕਿਸਾਨ ਇਕਜੁੱਟ ਹੋ ਜਾਣ ਤਾਂ ਸਾਨੂੰ ਆਪਣੀਆਂ ਜ਼ਮੀਨਾਂ ਵੀ ਕਿਸੇ ਨੂੰ ਵੀ ਨਹੀਂ ਦੇਣੀਆਂ ਪੈਣਗੀਆਂ ਤੇ ਸਾਡੇ ਖੇਤਾਂ ਵਿੱਚ ਚੰਗੀ ਫਸਲ ਵੀ ਹੋਊਗੀ। ਹਾਂ ਤਾਂ ਫਿਰ ਠੀਕ ਹੈ, ਅਸੀਂ ਸਾਰੇ ਕਿਸਾਨ ਭਾਈਆਂ ਨੂੰ ਇਕੱਠੇ ਕਰਦੇ ਨੇ। ਜੇ ਤੁਸੀਂ ਇਸ ਪਰੇਸ਼ਾਨੀ ਨੂੰ ਹੱਲ ਕਰਨ 'ਚ ਸਹੀ ਸਾਬਤ ਹੋਏ ਤਾਂ ਅਸੀਂ ਤੁਹਾਨੂੰ ਅੱਗੇ ਜਾ ਕੇ ਪੰਚਾਂ ਵਿੱਚ ਸ਼ਾਮਿਲ ਵੀ ਕਰ ਲਵਾਂਗੇ। ਹਾਂ ਜੀ। ਪੰਚ ਸਾਰੇ ਕਿਸਾਨਾਂ ਨੂੰ ਬੁਲਾਉਂਦੇ ਨੇ। ਭਰਾਵੋ, ਸ਼ਾਮੂ ਕਹਿੰਦਾ ਹੈ ਕਿ ਉਹਦੇ ਕੋਲ ਮੀਂਹ ਨਾ ਪੈਣ ਦੀ ਸਮੱਸਿਆ ਦਾ ਇੱਕ ਹੱਲ ਹੈਗਾ ਹੈ। ਭਰਾਵੋ, ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਪਿੰਡ ਤੋਂ ਕੁਝ ਮੀਲ ਦੂਰ ਨਦੀ ਵਗਦੀ ਹੈ। ਜੇ ਅਸੀਂ ਉਸ ਨਦੀ ਦਾ ਪਾਣੀ ਆਪਣੇ ਖੇਤਾਂ ਵੱਲ ਮੋੜ ਸਕੀਏ ਤਾਂ ਸਾਡੀ ਸਾਰਿਆਂ ਦੀ ਸਮੱਸਿਆ ਹੱਲ ਹੋ ਜਾਵੇਗੀ। ਓਹੋ, ਪਰ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਅਸੀਂ ਇਹ ਸਭ ਕਰ ਸਕੀਏ। ਸ਼ਾਮੂ ਕਿਸਾਨਾਂ ਨੂੰ ਸਮਝਾਉਂਦਾ ਹੈ। ਦੇਖੋ ਭਰਾਵੋ, ਜੇਕਰ ਅਸੀਂ ਇਕੱਲੇ ਕੋਸ਼ਿਸ਼ ਕਰੀਏ ਕਿ ਨਦੀ ਦਾ ਪਾਣੀ ਖੇਤਾਂ ਵੱਲ ਮੋੜ ਲਈਏ ਤਾਂ ਕਦੇ ਨਹੀਂ ਮੋੜ ਸਕਦੇ। ਪਰ ਜੇ ਅਗਰ ਅਸੀਂ ਸਾਰੇ ਮਿਲ ਕੇ ਥੋੜਾ ਪੈਸਾ ਦਈਏ ਤੇ ਸਾਰੇ ਇਕੱਠੇ ਮਿਲ ਕੇ ਇੰਨਾ ਪੈਸਾ ਜੋੜ ਸਕਦੇ ਹਾਂ ਕਿ ਜਿਹਦੇ ਨਾਲ ਅਸੀਂ ਨਦੀ ਦਾ ਪਾਣੀ ਆਪਣੇ ਖੇਤਾਂ ਵੱਲ ਨੂੰ ਮੋੜ ਸਕਦੇ ਹਾਂ। ਸ਼ਾਮੂ ਉਹਨਾਂ ਨੂੰ ਇਹ ਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਉਹਨੇ ਬਿਲਡਰ ਦੀਆਂ ਗੱਲਾਂ ਸੁਣੀਆਂ ਨੇ ਤੇ ਉਹ ਉਹਨਾਂ ਦੀਆਂ ਜ਼ਮੀਨਾਂ ਬੜੇ ਸਸਤੇ ਮੁੱਲ ਵਿੱਚ ਖਰੀਦ ਕੇ ਢੇਰ ਸਾਰੇ ਪੈਸੇ ਕਮਾਉਣਾ ਚਾਹੁੰਦਾ ਹੈ। ਭਰਾਵੋ, ਜੇਕਰ ਅਸੀਂ ਸਾਰੇ ਇਕੱਠੇ ਮਿਲ ਜਾਈਏ ਤਾਂ ਇਹ ਮੁਸੀਬਤ ਬੜੀ ਛੋਟੀ ਹੈ ਤੇ ਅਸੀਂ ਇਹਦੇ ਤੋਂ ਵੀ ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਕਰ ਸਕਦੇ ਹਾਂ। ਸਾਰੇ ਗਰੀਬ ਕਿਸਾਨ ਸ਼ਾਮੂ ਦੀ ਇਸ ਗੱਲ ਨੂੰ ਸੁਣਦੇ ਨੇ ਅਤੇ ਕਹਿੰਦੇ ਨੇ, ਠੀਕ ਹੈ ਸ਼ਾਮੂ, ਤੂੰ ਸਹੀ ਕਹਿਣਾ। ਅਸੀਂ ਸਾਰੇ ਪੈਸਾ ਦੇਣ ਲਈ ਤਿਆਰ ਹਾਂ। ਹਾਂ, ਅਸੀਂ ਸਾਰੇ ਪੈਸਾ ਦੇਣਗੇ। ਹਾਂ, ਅਸੀਂ ਪੈਸਾ ਦੇਣਗੇ। ਸਾਰੇ ਥੋੜਾ ਪੈਸਾ ਸ਼ਾਮੂ ਨੂੰ ਦੇ ਦਿੰਦੇ ਨੇ, ਜਿਹਦੇ ਨਾਲ ਉਹਦੇ ਕੋਲ ਇੰਨਾ ਪੈਸਾ ਹੋ ਜਾਂਦਾ ਹੈ ਜਿਸ ਨਾਲ ਉਹ ਨਾਲਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਸਾਰੇ ਕਿਸਾਨ ਇਕੱਠਾ ਹੋ ਕੇ ਨਾਲਾ ਬਣਾਉਣ ਵਿੱਚ ਮਦਦ ਕਰਦੇ ਨੇ ਤੇ ਕੁਝ ਹੀ ਦਿਨਾਂ ਵਿੱਚ ਨਾਲਾ ਬਣ ਕੇ ਤਿਆਰ ਹੋ ਜਾਂਦਾ ਹੈ ਅਤੇ ਸਾਰੇ ਦੇ ਖੇਤਾਂ ਵਿੱਚ ਪਾਣੀ ਆਉਣ ਲੱਗਦਾ ਵੇ। ਸਾਰੇ ਕਿਸਾਨਾਂ ਦੀਆਂ ਫਸਲਾਂ ਵੀ ਉੱਗਣ ਲੱਗਦੀਆਂ ਨੇ। ਪੰਚਾਇਤ ਵਿੱਚ ਸ਼ਾਮੂ ਅਤੇ ਬਾਕੀ ਸਾਰੇ ਕਿਸਾਨਾਂ ਨੂੰ ਬੁਲਾਇਆ ਜਾਂਦਾ ਹੈ। ਬਿਲਡਰ ਸਮਝ ਜਾਂਦਾ ਹੈ ਕਿ ਹੁਣ ਉਹਦੇ ਜਾਲ ਵਿੱਚ ਕੋਈ ਨਹੀਂ ਫਸਣ ਵਾਲਾ ਅਤੇ ਉਹ ਉੱਥੋਂ ਭੱਜ ਜਾਂਦਾ ਹੈ। ਸਾਰੇ ਪੰਚ ਸ਼ਾਮੂ ਦੀ ਸਮਝਦਾਰੀ ਤੋਂ ਬੜਾ ਹੀ ਖੁਸ਼ ਹੁੰਦੇ ਨੇ ਅਤੇ ਉਹਨੂੰ ਪੰਚ ਬਣਾਉਣ ਦਾ ਫੈਸਲਾ ਵੀ ਕਰਦੇ ਨੇ। ਭਾਈ ਸ਼ਾਮੂ, ਜਿਸ ਤਰ੍ਹਾਂ ਤੂੰ ਸਮਝਦਾਰੀ ਨਾਲ ਸਾਰਿਆਂ ਦੀਆਂ ਜ਼ਮੀਨਾਂ ਨੂੰ ਬਚਾਇਆ ਹੈ, ਅਸੀਂ ਤੈਨੂੰ ਪੰਚਾਂ ਵਿੱਚ ਸ਼ਾਮਿਲ ਕਰਦੇ ਹਾਂ। ਸ਼ਾਮੂ ਪੰਚਾਂ ਦਾ ਸ਼ੁਕਰੀਆ ਅਦਾ ਕਰਦਾ ਹੈ ਤੇ ਕਹਿੰਦਾ ਹੈ, ਸਰਪੰਚ ਜੀ, ਜਿਸ ਤਰ੍ਹਾਂ ਅਸੀਂ ਇਸ ਮੁਸੀਬਤ ਤੋਂ ਇਕੱਠੇ ਮਿਲ ਕੇ ਬਾਹਰ ਨਿਕਲ ਆਏ ਹਾਂ, ਅੱਗੇ ਵੀ ਅਸੀਂ ਸਾਰੇ ਮਿਲ ਕੇ ਰਹੀਏ ਤਾਂ ਸਾਨੂੰ ਕੋਈ ਵੀ ਹਰਾ ਨਹੀਂ ਸਕਦਾ। ਕੁਝ ਹੀ ਦਿਨਾਂ ਦੇ ਬਾਅਦ ਸਾਰੇ ਗਰੀਬ ਕਿਸਾਨਾਂ ਦੇ ਖੇਤਾਂ ਵਿੱਚ ਚੰਗੀ ਖਾਸੀ ਫਸਲ ਉੱਗ ਪੈਂਦੀ ਹੈ ਤੇ ਸ਼ਾਮੂ ਵੀ ਆਪਣੇ ਫਸਲ ਦੇ ਪੈਸਿਆਂ ਨਾਲ ਆਪਣੀ ਜ਼ਮੀਨ ਜ਼ਮੀਨਦਾਰ ਕੋਲੋਂ ਛੁਡਾ ਲੈਂਦਾ ਹੈ।